ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਚੈਨਲ ਵਿੱਚ ਜੀ ਆਇਆਂ ਉੱਥੇ ਤੁਸੀਂ ਬਾਣੀ ਚੈਨਲ ਤੇ ਲਾਈਵ ਤਸਵੀਰਾਂ ਵੇਖਦੇ ਹੋ। ਤਸਵੀਰਾਂ ਨੇ ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਪਣੇ ਦੁੱਖ ਦਾ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਬਾਬਾ ਬੁੱਢਾ ਜੀ ਵੀ ਪਹੁੰਚੇ ਹੋਏ ਨੇ। ਭੈਣ ਸੁਪਿੰਦਰ ਕੌਰ ਦੇ ਬੱਚਿਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ। ਤਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅੱਜ ਭੈਣ ਸੁਪਿੰਦਰ ਕੌਰ ਹੋਣਾ ਦੀ ਅੰਤਿਮ ਕੱਲ ਜਿਹੜੀ ਅਰਦਾਸ ਭੋਗ ਦੇ ਉਪਰੰਤ ਜਿਹੜੀ ਅਰਦਾਸ ਹੋਵੇਗੀ ਉਸ ਦੇ ਵਿੱਚ ਸ਼ਾਮਿਲ ਵੀ ਹੋਣਗੇ। ਔਰ ਇੱਥੋਂ ਹੀ ਸਾਡੇ ਜੰਮੂ ਤੋਂ ਵੀ ਸੰਗਤ ਗਈ ਹੈ। ਪ੍ਰਚਾਰਕ ਜਿੱਦਾਂ ਕਿ ਵੀਰ ਹਰਪਿੰਦਰ ਸਿੰਘ ਜੀ ਬਣੀ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਨੇ ਜਿਹੜੇ ਉਹ ਵੀ ਪਹੁੰਚੇ ਨੇ। ਔਰ ਸਾਡੇ ਕੀਰਤਨੀਏ ਵੀਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਪਹੁੰਚੇ ਨੇ। ਤਾਂ ਵੀਰ ਜੀ ਮੇਰੀ ਆਵਾਜ਼ ਆ ਰਹੀ ਹੈ? ਵੀਰ ਜੀ ਮੇਰੀ ਆਵਾਜ਼ ਆ ਰਹੀ ਵੀਰ ਜੀ ਮੇਰੀ ਆਵਾਜ਼ ਆ ਰਹੀ ਹੈ? ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵੰਡਾਉਣ ਦੇ ਲਈ ਜਿੱਦਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪਹੁੰਚੇ ਨੇ ਕਸ਼ਮੀਰ ਹਨਾ। ਔਰ ਉੱਥੇ ਹੀ ਨਾਲ ਹੀ ਸਾਡੇ ਜੰਮੂ ਤੋਂ ਵੀ ਪ੍ਰਚਾਰਕ ਸਾਹਿਬਾਨ ਜਿੱਦਾਂ ਜੰਮੂ ਦੇ ਇੰਚਾਰਜ ਨੇ ਭਾਈ ਹਰਪਿੰਦਰ ਸਿੰਘ ਜੀ ਵੀ ਸਾਡੇ ਨਾਲ ਹੁਣ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਤੇ ਸਾਡੇ ਵੀਰ ਸਾਡੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਵੀ। ਤਾਂ ਵੀਰ ਜੀ ਇਹ ਬਹੁਤ ਹੀ ਸਾਡੇ ਪੂਰੇ ਸਮਾਜ ਦੇ ਉੱਤੇ ਇਸ ਸਮੇਂ ਇਹ ਦੁੱਖ ਦੀ ਘੜੀ ਹੈ। ਸਾਰਿਆਂ ਦੇ ਵਿੱਚ ਇਹ ਦੁੱਖ ਵੀ ਹੈ ਤੇ ਰੋਸ਼ ਵੀ ਹੈ। ਔਰ ਅਸੀਂ ਚਾਹਾਂਗੇ ਕਿ ਤੁਸੀਂ ਵੀ ਸੰਗਤਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹੁਣੇ ਸ੍ਰੀਨਗਰ ਵਿਖੇ ਪਹੁੰਚੇ ਹਾਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਕਾਫੀ ਦਿਨਾਂ ਤੋਂ ਇੱਕ ਦਰਦ ਵਾਲਾ ਮਾਹੌਲ ਸ੍ਰੀਨਗਰ ਦੀ ਧਰਤੀ ਤੇ ਜਿੱਥੇ ਸਿੱਖ ਸੰਗਤਾਂ ਦੇ ਅੰਦਰ ਹੈ, ਕਿਉਂਕਿ ਸਾਡੀ ਅਤੀ ਸਤਿਕਾਰਯੋਗ ਭੈਣ ਜੀ ਭੈਣ ਸੁਪਿੰਦਰ ਕੌਰ ਜੀ ਆਪ ਜੀ ਉਹਨਾਂ ਦਾ ਪਰਿਵਾਰ ਦੇਖ ਸਕਦੇ ਹੋ ਬੈਠੇ ਨੇ ਤੇ ਜਿਨ੍ਹਾਂ ਵਿੱਚ ਸਾਡੇ ਸਿੱਖ ਪੰਥ ਦੇ ਮਾਇਨਾਤ ਹਸਤੀ ਅਤੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜੋ ਹੁਣੇ ਹੀ ਏਅਰਪੋਰਟ ਤੋਂ ਸਿੱਧਾ ਹੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ। ਕੱਲ ਅੰਤਮ ਅਰਦਾਸ ਦੇ ਜੋ ਵਿਸ਼ੇਸ਼ ਦੀਵਾਨ ਹਨ ਜਿੱਥੇ ਬਹੁਤ ਸਾਰੇ ਸਿੱਖ ਸੰਗਤਾਂ ਪਹੁੰਚ ਰਹੀਆਂ ਹਨ, ਉੱਥੇ ਤੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੀ ਪਹੁੰਚ ਰਹੀਆਂ ਹਨ। ਸੋ ਅਸੀਂ ਆਪਣੇ ਵੱਲੋਂ ਇਹ ਕਹਿਣਾ ਚਾਹਾਂਗੇ ਕਿ ਇਹ ਦਰਦ ਜਿਹੜਾ ਪੂਰੇ ਕਸ਼ਮੀਰ ਦਾ ਨਹੀਂ, ਮੈਂ ਤਾਂ ਸਮਝਦਾ ਕਿ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਵਸ ਰਿਹਾ ਹੈ ਇਹ ਉਸ ਦਾ ਹਿਰਦਾ ਬਲੂੰਦਰਿਆ ਗਿਆ। ਕਿਉਂਕਿ ਕਸ਼ਮੀਰ ਦਾ ਸਿੱਖ ਜਿਹੜਾ ਸਾਬਤ ਸੂਰਤ ਦਸਤਾਰ ਸਿਰਾ ਬੜੀ ਮੈਂ ਹਮੇਸ਼ਾ ਹੀ ਮਨ ਵਿੱਚੋਂ ਇਹਨਾਂ ਲਈ ਅਸੀਸਾਂ ਕਰਦਾ ਕਿ ਗੁਰਬਾਣੀ ਦੀ ਜਿੱਥੇ ਵੀ ਕੀਰਤਨ ਹੁੰਦਾ ਹੈ ਬੜੇ ਪਿਆਰ ਦੇ ਨਾਲ ਬਹਿ ਕੇ ਸਰਵਣ ਕਰਦੇ ਹਨ, ਭਾਵੇਂ ਸਹਿਜ ਪਾਠਾਂ ਦੀ ਗੱਲ ਹੋਵੇ। ਤੇ ਇਹ ਜਿਹੜੇ ਸਿੱਖ ਇੱਥੇ ਬੈਠੇ ਹਨ ਮੈਂ ਸਮਝਦਾ ਕਿ 6ਵੇਂ ਪਾਤਸ਼ਾਹ ਦਾ ਹੱਥ ਹੈ ਇਹਨਾਂ ਦੇ ਸਿਰ ਤੇ, ਨਹੀਂ ਤੇ ਮੈਜੋਰਟੀ ਇੰਨੇ ਵੱਡੇ ਗਰੁੱਪਾਂ ਦੀ ਉਸ ਵਿੱਚ ਸਾਡੇ ਵੀਰ ਬੈਠੇ ਹਨ, 10ਵੇਂ ਪਾਤਸ਼ਾਹ ਦਾ ਥਾਪੜਾ ਜੀ ਹੈ। ਸੋ ਇਹ ਜਿਹੜਾ ਵਾਕਿਆ ਵਾਪਰਿਆ ਹੈ ਅਸੀਂ ਕਹਿਣਾ ਚਾਹਾਂਗੇ ਕਿ ਇਹ ਇੱਕ ਭੈਣ ਸੁਪਿੰਦਰ ਕੌਰ ਦੇ ਜਾਣ ਨਾਲ ਮੈਨੂੰ ਲੱਗਦਾ ਹੈ ਕਿ ਹੋਰ ਪਤਾ ਨਹੀਂ ਕਿੰਨੇ ਜੁਝਾਰੂ ਸਿੰਘ ਹੋਰ ਪੈਦਾ ਹੋਣਗੇ। ਇਹ ਮਤ ਕੋਈ ਇਹ ਸਮਝ ਲਵੇ ਕਿ ਅਸੀਂ ਇੱਕ ਸਿੱਖ ਨੂੰ ਟਾਰਗੇਟ ਕੀਤਾ ਹੈ, ਭਾਵੇਂ ਉਹ ਭੈਣ ਸੀ ਭਾਵੇਂ ਕੋਈ ਵੀਰ ਹੋਵੇਗਾ। ਇਹ 10ਵੇਂ ਪਾਤਸ਼ਾਹ ਦਾ ਪੰਥ ਸਾਹਿਬਜ਼ਾਦਿਆਂ ਦੇ ਖੂਨ ਨਾਲ ਸਿੰਚਿਆ ਹੋਇਆ ਪੰਥ ਹੈ। ਇਹ ਹਮੇਸ਼ਾ ਹੀ ਜੰਗਾਂ ਨੂੰ ਮੈਦਾਨਾਂ ਵਿੱਚ ਲੜਦਾ ਰਿਹਾ ਹੈ। ਪਰ ਇੱਕ ਐਸਾ ਮੈਨੂੰ ਸਮਝ ਨਹੀਂ ਆਉਂਦੀ ਕਿ ਕੈਸੀ ਇਹ ਇਸਲਾਮ ਦੇ ਅੰਦਰ ਜਾਂ ਕੋਈ ਐਸੀ ਗੱਲ ਜਿਸਨੂੰ ਅਸੀਂ ਕਰੀਏ ਕਿ ਇੱਕ ਔਰਤ ਜਾਤ ਨੂੰ ਟਾਰਗੇਟ ਕਰਕੇ ਉੱਥੇ ਹਿੰਦੂ ਵੀਰ ਨੂੰ ਵੀ ਮਾਰਿਆ ਗਿਆ ਹੈ। ਸੋ ਇਸ ਦੇ ਨਾਲ ਜਿਹੜਾ ਸਿੱਖ ਪੰਥ ਦਾ ਹਿਰਦਾ ਜਿਹੜਾ ਬਲੂੰਦਰਿਆ ਗਿਆ ਹੈ, ਉਸੇ ਸੰਬੰਧ ਵਿੱਚ ਅੱਜ ਉੱਥੇ ਆ ਕੇ ਪਤਾ ਲੱਗਿਆ ਹੈ, ਹੁਣੇ ਅਸੀਂ ਪਹੁੰਚੇ ਹਾਂ ਕਿ ਜਿਸ ਤਰ੍ਹਾਂ ਬਹੁਤ ਦਿਨਾਂ ਤੋਂ ਇੱਥੇ ਪੰਥ ਦੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਹਨ। ਸੋ ਮੈਂ ਸਮਝਦਾ ਕਿ ਇਹ ਕਸ਼ਮੀਰ ਦੇ ਸਿੱਖਾਂ ਭੈਣ ਸੁਪਿੰਦਰ ਕੌਰ ਦੇ ਜਾਣ ਨਾਲ ਇੱਕ ਸੁਨੇਹਾ ਦੇ ਗਈ ਹੈ ਸਾਨੂੰ ਕਿ ਪੰਥ ਤੁਹਾਡੇ ਨਾਲ ਹੈ। ਕਸ਼ਮੀਰ ਦੇ ਸਿੱਖ ਭਾਵੇਂ ਅਸੀਂ ਵੀ ਜੰਮੂ ਤੋਂ ਬਿਲੋਂਗ ਕਰਦੇ ਹਾਂ,
ਪਰ ਫਿਰ ਵੀ ਸਾਡਾ 200-300 ਕਿਲੋਮੀਟਰ ਦਾ ਡਿਸਟੈਂਸ ਹੈ। ਸੋ ਸਾਡੇ ਵਿੱਚ ਮੈਂ ਜ਼ਿਆਦਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ, ਕਿਉਂਕਿ ਕੱਲ੍ਹ ਸੰਤ ਅਰਦਾਸ ਸਮਾਗਮ ਹੋਣੇ ਹਨ, ਵਿਸ਼ੇਸ਼ ਕਰਕੇ ਪੰਥਕ ਸ਼ਖਸੀਅਤਾਂ ਪਹੁੰਚੀਆਂ ਹਨ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬੈਠੇ ਹਨ, ਵੀਰ ਜੀ ਭੈਣ ਸੁਖਿੰਦਰ ਕੌਰ ਜੀ ਦੇ ਜਿਹੜੇ ਪਤੀ ਹਨ ਉਹ ਬੈਠੇ ਹਨ, ਉਹਨਾਂ ਦੇ ਬੱਚੇ, ਇਹ ਛੋਟੇ ਛੋਟੇ ਬੱਚੇ। ਸੋ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਧਰਮ ਹੈ। ਸੋ ਗੁਰੂ ਸਾਹਿਬ ਕਿਤੇ ਕਿਰਪਾ ਕਰਨ ਕਿ ਇਹਨਾਂ ਦੇ ਅੰਦਰ ਕਿਤੇ ਵਸ ਕੇ ਇਹਨਾਂ ਨੂੰ ਸਮਰਥ ਬਖਸ਼ਣ। ਬਾਕੀ ਤਾਂ ਕੋਈ ਇਹਨਾਂ ਨੇ ਆਪਣੇ ਵੱਲੋਂ ਹੀਲਾ ਵਸੀਲਾ ਨਹੀਂ ਛੱਡਿਆ। ਪਰ ਇੱਕ ਗੱਲ ਜ਼ਰੂਰ ਹੈ, ਇਸ ਦੇ ਨਾਲ ਜਿਹੜੀ ਹੁਣ ਜਾਗਰਤੀ ਆਏਗੀ, ਅਸੀਂ ਆਪਣੇ ਅੰਦਰ ਇੱਕ ਵਲਵਲਾ ਲੈ ਕੇ ਮੈਂ ਵੀ ਹੁਣ ਪਹੁੰਚਿਆ ਹਾਂ। ਮੈਂ ਪਿਛਲੇ ਦਿਨਾਂ ਵਿੱਚ ਕਹਿ ਕੇ ਵੀ ਗਿਆ ਸੀ ਕਿ ਸਾਨੂੰ ਆਪਸੀ ਕੋਆਰਡੀਨੇਸ਼ਨ ਬਣਾਉਣਾ ਪੈਣਾ ਹੈ। ਅਗਰ ਇੱਕ ਸਿੱਖ ਇੱਕ ਭੈਣ ਦੇ ਜਾਣ ਨਾਲ ਪੂਰਾ ਪੰਥ ਹਲ ਗਿਆ ਹੈ, ਤੇ ਉਹ ਦਿਨ ਵੀ ਦੂਰ ਨਹੀਂ ਕਿ ਜਦੋਂ ਅੱਗੇ ਕੋਈ ਐਸੀ ਹਰਕਤ ਹੋਏ ਕਿ ਪੰਥ ਪੂਰਾ ਕਸ਼ਮੀਰ ਚੱਕ ਕੇ ਲੈ ਜਾਵੇਗਾ, ਮੋਰਚੇ ਲੱਗ ਜਾਣਗੇ ਇੱਥੇ। ਸੋ ਮੈਂ ਉਹਨਾਂ ਸ਼ਰਾਬੀ ਕਰਨਾ ਚਾਹੁੰਦਾ ਹਾਂ। ਸੋ ਜ਼ਿਆਦਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ, ਸਿੰਘ ਸਾਹਿਬ ਕਹਿੰਦੇ ਸਾਡੇ ਵਿੱਚ ਇੰਦਰ ਸਿੰਘ ਜੀ ਇੰਚਾਰਜ ਸਿੱਖ ਮਿਸ਼ਨ ਜੰਮੂ ਕਸ਼ਮੀਰ ਤੋਂ ਜਿਹੜੇ ਵਿਸ਼ੇਸ਼ ਕਰਕੇ ਇਸ ਥਾਂ ਇੱਥੇ ਪਹੁੰਚੇ ਹਨ, ਕਿਉਂਕਿ ਸਾਨੂੰ ਬੜਾ ਦੁੱਖ ਲੱਗ ਰਿਹਾ ਕਿ ਅਸੀਂ ਸਮਾਗਮਾਂ ਵੀ ਚਾਹੁੰਦੇ ਸੀ, ਹੱਸਦੇ ਖੇਡਦੇ ਆਉਂਦੇ ਸੀ ਇੱਥੇ, ਅੱਜ ਅਸੀਂ ਕਿਸ ਸੰਬੰਧ ਵਿੱਚ ਆ ਰਹੇ ਹਾਂ। ਸੋ ਜ਼ਿਆਦਾ ਮੇਰੇ ਕੋਲੋਂ ਬੋਲਿਆ ਨਹੀਂ ਜਾ ਰਿਹਾ, ਜਿਸ ਤਰੀਕੇ ਦਾ ਮਾਹੌਲ ਹੈ। ਗੁਰੂ ਸਾਹਿਬ ਕਿਰਪਾ ਕਰਨ। ਆਓ ਵੀ ਭਾਈ ਹਰਪਿੰਦਰ ਸਿੰਘ ਜੀ ਆਪ ਜੀ ਦਾ ਵਿਚਾਰ ਸਾਂਝੇ। ਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਅੱਜ ਸਾਰਿਆਂ ਦੇ ਹਿਰਦੇ ਜਿਹੜੇ ਦੁਖੀ ਹਿਰਦੇ ਨਾਲ ਸਾਰੇ ਇੱਥੇ ਪਰਿਵਾਰ ਦੇ ਨਾਲ ਉੱਠੇ ਨੇ, ਦੁੱਖ ਸਾਂਝਾ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਬਹੁਤ ਉੱਚੀ ਤੇ ਅਮੀਰ ਹੈ। ਜਲੰਧਰ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਕਿਤੇ ਲਿਖ ਉਭਾਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਥਾਏ ਤਾਂ ਭਾਈ ਗੁਰਦਾਸ ਜੀ ਦੇ ਬੋਲ ਦੇ ਬਾਬਾ ਨਾਨਕ ਸ਼ਾਹ ਫਕੀਰ, ਇੱਕ ਕਵੀ ਦੇ ਬੋਲ ਨੇ, ਬਾਬਾ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਸਾਡੇ ਨਾਲ ਭਾਈ ਬੁੱਧੂ ਗੱਲਬਾਤ ਕਰ ਰਹੇ ਨੇ, ਵੀਰ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ। ਧਰਮ ਸਿਖਾ ਸਕਦਾ ਕਿ ਜਾਨ ਲੈਣੀ, ਇਹ ਬੜੀ ਦੁਖਦ ਘਟਨਾ ਵਾਪਰੀ ਹੈ। ਔਰ ਸਿੰਘ ਸਾਹਿਬ ਜੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਨੇ। ਬਾਬਾ ਬੂਟਾ ਸਿੰਘ ਜੀ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹੁੰਚੇ ਹੋਏ ਨੇ। ਸਾਡੇ ਜਨਰਲ ਸਕੱਤਰ ਸਰਦਾਰ ਭਗਵੰਤ ਸਿੰਘ ਸਿਆਲਕਾ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪਰਿਵਾਰ ਨਾਲ। ਇਸ ਵੇਲੇ ਇਸ ਦੁੱਖ ਦੀ ਘੜੀ ਦੇ ਵਿੱਚ ਪੂਰਾ ਸਮਾਜ ਮੁਲਾਜ਼ਮੀ ਭਾਈਚਾਰਾ ਖੜਾ ਹੈ, ਪੂਰਾ ਸੰਸਾਰ ਵਿੱਚ ਵਸ ਖੜਾ ਹੈ। ਸੋ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਥੋੜੇ ਸਮੇਂ ਬਾਅਦ ਉਹ ਜਿਹੜਾ ਇਸ ਕੌਮ ਦੇ ਨਾਂ ਤੇ ਸੰਦੇਸ਼ ਜਿਹੜਾ ਹੈ ਉਹ ਜ਼ਰੂਰ ਦੇਣਗੇ। ਪਰ ਥੋੜਾ ਜਿਹਾ ਸਮਾਂ ਮੈਂ ਬੇਨਤੀ ਕਰਾਂਗਾ ਭੈਣ ਜੀ ਕਿ ਥੋੜਾ ਸਮਾਂ ਪਰਿਵਾਰ ਨਾਲ ਬੈਠੇ ਹੋਏ ਨੇ, ਤੇ ਕਿਉਂਕਿ ਇਹ ਸ਼ਖਸੀਅਤ ਦੇ ਹੁੰਦਿਆਂ ਸਾਡੇ ਕੁਝ ਸ਼ਬਦ ਕਹਿਣੇ ਬੜੇ ਔਖੇ ਨੇ, ਤੇ ਉਹ ਪੂਰੇ ਇਸ ਸਿੱਖ ਕੌਮ ਦੇ ਨਾਂ ਤੇ ਸੰਦੇਸ਼ ਦੇਣਗੇ। ਤੇ ਤੁਸੀਂ ਉਨੀ ਦੇਰ ਤੱਕ ਤੁਹਾਨੂੰ ਮੈਂ ਬੇਨਤੀ ਕਰਾਂਗਾ ਸਾਰੇ ਜਿੱਥੇ ਸੋਗਮਈ ਸਮੇਂ ਦੇ ਵਿੱਚ ਜਿਹੜੀ ਬੈਠੀ ਹੈ ਨਾ ਸੰਗਤ, ਸਾਰੇ ਦਰਸ਼ਨ ਕਰਵਾ ਕੇ। ਜੀ ਵਾਹਿਗੁਰੂ ਖਾਲਸਾ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਸਿੰਘ ਜੀ ਨੇ ਦੱਸਿਆ ਕਿ ਸਿੰਘ ਸਾਹਿਬ ਜੀ ਨੇ ਕਿਹਾ ਕਿ ਜਦ ਮੈਂ ਪਰਿਵਾਰ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਉਪਰੰਤ ਉੱਠਾਂਗਾ, ਉਸ ਤੋਂ ਬਾਅਦ ਮੈਂ ਜਿਹੜੇ ਚੰਦ ਅਲਫਾਜ਼ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਸੋ ਇੱਕ ਗੱਲ ਜ਼ਰੂਰ ਹੈ ਕਿ ਸਾਨੂੰ ਬੜੀ ਇੱਕ ਦੂਰਅੰਦੇਸ਼ੀ ਸੋਚ ਅਤੇ ਸਾਨੂੰ ਯਤਨ ਕਰਨਾ ਪੈਣਾ ਹੈ ਕਿ ਜਿਹੜਾ ਇਹ ਹਿੰਦੂ ਮੁਸਲਿਮ ਸਿੱਖ ਈਸਾਈ ਆਪਸੀ ਭਾਈਚਾਰਾ ਹੈ, ਕਿਉਂਕਿ ਸਾਰੇ ਹੀ ਅਸੀਂ ਕਹਿ ਸਕਦੇ ਹਾਂ ਕਿ ਅਗਰ ਜਿਨ੍ਹਾਂ ਨੇ ਕਾਰਾ ਕੀਤਾ ਹੈ, ਸੋ ਅਸੀਂ ਬਾਕੀ ਮੈਜੋਰਟੀ ਵੀ ਜਿਹੜੇ ਐਸੇ ਮੁਸਲਮਾਨ ਭਾਈਚਾਰਾ ਵੀ ਹੈ ਜਿਹੜਾ ਸਾਡੇ ਸਿੱਖ ਭਾਈਚਾਰੇ ਨਾਲ ਬੜਾ ਮਿਲ ਕੇ ਚੱਲਣ ਵਾਲਾ ਹੈ। ਅਸੀਂ ਸਾਰਿਆਂ ਦੇ ਕਰਦੇ, ਭਾਵੇਂ ਉਹ ਸਿੱਖਾਂ 'ਚ ਕੋਈ ਬੈਠਾ ਹੈ, ਭਾਵੇਂ ਕੋਈ ਹਿੰਦੂਆਂ 'ਚ ਬੈਠਾ ਹੈ, ਭਾਵੇਂ ਮੁਸਲਮਾਨਾਂ 'ਚ, ਜਿਹੜਾ ਵੀ ਇਨਸਾਨੀਅਤ ਦੇ ਖਿਲਾਫ ਹੈ ਉਸ ਦੇ ਖਿਲਾਫ ਅਸੀਂ ਹਮੇਸ਼ਾ ਆਵਾਜ਼ ਬੁਲੰਦ ਕਰਾਂਗੇ। ਸੋ ਇਹ ਗੱਲ ਜ਼ਰੂਰ ਮੈਂ ਕਰੜੇ ਲਫ਼ਜ਼ਾਂ ਵਿੱਚ ਕਹਿਣਾ ਚਾਹਾਂਗਾ ਕਿ ਅੱਗੇ ਤੋਂ
ਜ਼ਰੂਰ ਕੱਲ ਵੀ ਇੱਥੇ ਅੰਤਮ ਅਰਦਾਸ ਹੋਵੇਗੀ। ਮੇਰੀ ਜਿੱਥੇ ਵੀ ਲਾਈਵ ਜਾਰੀ ਹੈ, ਜੰਮੂ ਵਿੱਚ ਵੀ ਜਿਹੜੇ ਵੀਰ ਸੁਣ ਰਹੇ ਹਨ, ਜ਼ਰੂਰ ਇਸ ਤੇ ਬੈਠ ਕੇ ਕੋਈ ਰਣਨੀਤੀ ਬਣਾਉਣੀ ਪੈਣੀ ਹੈ ਕਿ ਅੱਗੇ ਤੋਂ ਭਾਵੇਂ ਜੰਮੂ 'ਚ ਘਟਨਾ ਵਾਪਰੇ, ਭਾਵੇਂ ਕਸ਼ਮੀਰ 'ਚ ਵਾਪਰੇ, ਖਾਲੀ ਅਸੀਂ ਵਿਚਾਰਾਂ ਨਾ ਕਰੀਏ, ਇਸ ਉੱਪਰ ਉਹਨੂੰ ਅਮਲੀ ਜਾਮਾ ਲਿਆਈਏ। ਪ੍ਰੈਕਟੀਕਲ ਤੌਰ ਤੇ ਕੋਈ ਐਸੀ ਕਮੇਟੀ ਫਾਰਮ ਕਰੀਏ ਜਿਹੜੀ ਕਮੇਟੀ ਸਾਡੀ ਇਸ ਹਰ ਇੱਕ ਪਹਿਲੂ ਨੂੰ ਜਾਂਚ ਪੜਤਾਲ ਕਰਕੇ ਅੱਗੇ ਤੱਕ ਪਹੁੰਚਾਏ। ਉਮੀਦ ਹੈ ਕਿ ਕੱਲ ਜਿੰਨੇ ਵੀ ਪਤਵੰਤੇ ਇੱਥੇ ਪੰਥਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ, ਉਹ ਜ਼ਰੂਰ ਆਪਣੇ ਜਿੱਥੇ ਵਿਚਾਰ ਰੱਖਣਗੀਆਂ ਤੇ ਅਗਲੀ ਰਣਨੀਤੀ ਨੂੰ ਵੀ ਜ਼ਰੂਰ ਘੜਨਗੀਆਂ ਕਿ ਸਿੱਖ ਭਾਈਚਾਰਾ ਜਿਹੜਾ ਕਸ਼ਮੀਰ 'ਚ ਬੈਠਾ ਹੈ, ਇਸ ਕਸ਼ਮੀਰ ਦੇ ਅੰਦਰ ਅਗਰ ਅਖੰਡਤਾ ਵੀ ਸੋਚ ਲੈਣਾ ਚਾਹੀਦਾ ਹੈ ਕਿ ਜਿਹੜੇ ਬੈਨੀਫਿਟਸ ਤੁਸੀਂ ਅਦਰ ਕਮਿਊਨਿਟੀਜ਼ ਨੂੰ ਦਿੰਦੇ ਹੋ, ਸਿੱਖ ਭਾਈਚਾਰਾ ਇੱਥੇ ਦੂਜੇ ਨੰਬਰ ਤੇ ਜਿਹੜਾ ਬਹੁ ਗਿਣਤੀ 'ਚ ਬੈਠਾ ਹੈ, ਇਹਨਾਂ ਬਾਰੇ ਤੁਹਾਨੂੰ ਸੋਚਣਾ ਪੈਣਾ ਹੈ। ਤਾਂ ਹੀ ਕਸ਼ਮੀਰ ਜਿਹੜਾ ਦੇਸ਼ ਦੀ ਸ਼ਕਲ ਆਉਂਦਾ ਹੈ, ਤੇ ਉਹ ਤਾਂ ਹੀ ਕਾਇਮ ਹੈ ਕਿ ਸਿੱਖਾਂ ਦੀ ਨਿਸ਼ਾਨ ਸਾਹਿਬ ਇੱਥੇ ਝੁਕਦੇ ਹਨ। ਸੋ ਤੁਸੀਂ ਸਾਰੀਆਂ ਗੱਲਾਂ ਜਾਣਦੇ ਹੋ, ਮੈਂ ਇੱਕ ਪ੍ਰਚਾਰਕ ਹਾਂ। ਮੈਂ ਹਮੇਸ਼ਾ ਜੋੜਨ ਵਾਲੀ ਗੱਲ ਕਰਾਂਗਾ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਚਿਆ, ਕੌਣ ਭਲੇ ਕੋ ਮੰਦੇ, ਪਰ ਮੱਥਾ ਭਰ ਆਇਆ। ਤੁਸੀਂ ਦੇਖ ਸਕਦੇ ਹੋ ਇਹ ਬੱਚੇ ਛੋਟੇ ਭੈਣ ਸੁਪਿੰਦਰ ਕੌਰ ਜੀ, ਇਹਨਾਂ ਦੇ ਤੇ ਉਹਨਾਂ ਦੇ ਬੱਚਿਆਂ ਦੇ ਪਿਤਾ ਜੀ ਨਾਲ ਬੈਠੇ ਹਨ, ਸਿੰਘ ਸਾਹਿਬ ਜੀ ਵਿਚਾਰਾਂ ਕਰ ਰਹੇ, ਸੰਗਤਾਂ ਉੱਥੇ ਖੜੀਆਂ ਹਨ। ਕਿੰਨੇ ਦਿਨਾਂ ਤੋਂ ਇੱਥੇ ਪ੍ਰਵਾਹ ਚੱਲ ਰਹੇ ਹਨ ਔਰ ਪੂਰੇ ਦੇਸ਼ ਵਿੱਚੋਂ, ਪੂਰੇ ਭਾਰਤ ਵਿੱਚੋਂ ਇੱਥੇ ਭਗਵੰਤ ਸੱਜਣ ਪਹੁੰਚ ਰਹੇ ਹਨ। ਸੋ ਇਸ ਵਿੱਚ ਅਸੀਂ ਕੋਈ ਵੀ ਐਸੀ ਗੱਲ ਜਿਹੜੀ ਹੈ ਉਸ ਨੂੰ ਖਾਲੀ ਸਟੇਜਾਂ ਤੱਕ ਨਾ ਸੀਮਿਤ ਰੱਖਣਾ। ਸੋ ਜਿਸ ਤਰ੍ਹਾਂ ਕਿ ਭਾਈ ਸਾਹਿਬ ਸਿੰਘ ਸਾਹਿਬ ਜੀ ਜਿਸ ਟਾਈਮ ਉੱਠਣਗੇ, ਉਸ ਤੋਂ ਬਾਅਦ ਅਗਲੀ ਵਿਚਾਰ ਵਟਾਂਦਰਾ ਨਾਲ ਕਰਨਗੇ। ਉਨੀ ਦੇਰ ਤੱਕ ਬਾਬਾ ਬੂਟਾ ਸਿੰਘ ਜੀ ਉਹਨਾਂ ਨੂੰ 2-4 ਮਿੰਟ ਪਾਸ ਉਹ ਕਰਨਗੇ। ਸਿੱਖ ਸੰਗਤਾਂ ਉੱਥੇ ਵੀ ਬੈਠੀਆਂ ਹਨ ਸਾਰੀਆਂ। ਸੋ ਇਹ ਬੜਾ ਹੀ ਗਮਗੀਨ ਇੱਕ ਮਾਹੌਲ ਹੈ ਜਿਸ ਵਿੱਚ ਸਾਰੇ ਸ਼ਾਮਲ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਜੰਮੂ ਕਸ਼ਮੀਰ ਦੀ ਧਰਤੀ ਤੇ ਸਿੱਖਾਂ ਨਾਲ ਹੀ ਨਹੀਂ ਬਲਕਿ ਇਹ ਅਮਨ ਸ਼ਾਂਤੀ ਆਉਣੀ ਚਾਹੀਦੀ ਹੈ। ਸਾਰੇ ਆਪਸੀ ਭਾਈਚਾਰੇ ਵਿੱਚ ਰਹੀਏ, ਪਰ ਜਿਹੜੇ ਸ਼ਰਾਰਤੀ ਹਨ, ਜਿਹੜੇ ਦੋਖੀ ਹਨ, ਉਹਨਾਂ ਨੂੰ ਜ਼ਰੂਰ ਅਸੀਂ ਇਹਨਾਂ ਗੱਲਾਂ ਦੇ ਨਾਲ ਅਸੀਂ ਉਹਨਾਂ ਨੂੰ ਸਮਾਜ ਚੋਂ ਇੱਕ ਪਾਸੇ ਕਰੀਏ, ਉਹਨਾਂ ਦੇ ਖਿਲਾਫ ਕੋਈ ਮੁਹਿੰਮ ਚਲਾਈਏ ਤਾਂ ਕਿ ਇਹ ਜਿਹੜਾ ਸਮਾਜ ਦੇ ਅੰਦਰ ਕਿੰਨੀ ਹਰਕਤਾਂ ਹੋ ਰਹੀਆਂ ਹਨ ਇਹ ਰੁਕ ਸਕਣ। ਸੋ ਮੈਂ ਜ਼ਿਆਦਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਸੰਤਪਾਲ ਸਿੰਘ ਜੀ ਜਿਹੜੇ ਸਾਡੇ ਡਿਸਟ੍ਰਿਕਟ ਸ੍ਰੀਨਗਰ ਦੇ ਪ੍ਰਧਾਨ ਸਾਹਿਬ ਹਨ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਦੇ, ਕਿਉਂਕਿ ਹਮੇਸ਼ਾ ਹੀ ਹਰ ਮੁੱਦਿਆਂ ਨੂੰ ਤੁਸੀਂ ਦੇਖਦੇ ਹੋ, ਉਹਨਾਂ ਨੂੰ ਹਮੇਸ਼ਾ ਜਦ ਤੱਕ ਸਿੰਘ ਸਾਹਿਬ ਬੋਲਦੇ ਤਾਂ ਪ੍ਰਧਾਨ ਸਾਹਿਬ ਇਸ ਵਾਕਿਆ ਨੂੰ, ਕਿਉਂਕਿ ਅਸੀਂ ਹੁਣੇ ਪਹੁੰਚੇ ਹਾਂ ਏਅਰਪੋਰਟ ਤੋਂ, ਪ੍ਰਧਾਨ ਸਾਹਿਬ ਥੋੜਾ ਜਿਹਾ ਇਸ ਵਾਕਿਆ ਇੱਕ ਬਾਣੀ ਚਾਹੁੰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ आप जी बड़े वाकफ हो इस किसी की ਜਿਹੜੀ ਕਿਲਿੰਗ ਹੋਈ ਹੈ, ਇਹ ਟਾਰਗੇਟਿੰਗ ਕਿਲਿੰਗ ਹੋਈ ਹੈ, ਬਿਲਕੁਲ ਅਲੱਗ ਕੱਟ ਕੇ ਇੱਕ ਹਿੰਦੂ ਮੁੰਡੇ ਨੂੰ ਤੇ ਇੱਕ ਸਾਡੀ ਬੱਚੀ ਨੂੰ ਅਲੱਗ ਕੱਟ ਕੇ ਤੇ ਮਾਰਿਆ ਗਿਆ ਹੈ। ਰੋਸ ਇਸ ਚੀਜ਼ ਦਾ ਹੈ ਕਿ ਰੋਸ ਮਰਨ ਦਾ ਨਹੀਂ ਹੈ, ਰੋਸ ਇਨਸਾਨ ਨੇ ਜਿੰਨੀ ਆਯੂ ਪਰਮਾਤਮਾ ਨੇ ਲਿਖੀ ਹੈ ਉਨੀ ਹੀ ਲੈ ਕੇ ਜਾਣਾ ਹੈ, ਪਰ ਰੋਸ ਇਸ ਚੀਜ਼ ਦਾ ਹੈ ਕਿ ਇੱਕ ਅਲੱਗ ਕੱਟ ਕੇ ਇਹਨਾਂ ਨੂੰ ਇੱਕ ਅਲੱਗ ਧਰਮ ਸਮਝ ਕੇ ਮਾਰਨਾ, ਇਸ ਚੀਜ਼ ਦਾ ਰੋਸ ਹੈ ਸਾਨੂੰ। ਔਰ ਉਹ ਰੋਸ ਵੀ ਹੈ ਅਸੀਂ ਚਾਹੁੰਦੇ ਹਾਂ ਕਿ ਗੌਰਮੈਂਟ ਦੀ ਤਰਫੋਂ ਇਸ ਦੀ ਕੋਈ ਛੇਤੀ ਇਨਕੁਆਇਰੀ ਹੋਵੇ ਤਾਂ ਕਿ ਸਾਨੂੰ ਇਨਕੁਆਇਰੀਆਂ ਵਾਸਤੇ ਧਰਨੇ ਤੇ ਸਾਨੂੰ ਇਹਦਾ ਨਾ ਕਰਨਾ ਪਵੇ। ਅਸੀਂ ਸਾਨੂੰ ਤੁਹਾਡੇ ਚੈਨਲ ਸਾਧਨ ਨਾਲ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਬਿਲਕੁਲ ਇਨਕੁਆਇਰੀ ਛੇਤੀ ਤੋਂ ਛੇਤੀ ਹੋਵੇ ਤਾਂ ਕਿ ਪਰਿਵਾਰ ਵਾਲਿਆਂ ਨੂੰ ਇਨਸਾਫ ਮਿਲੇ ਤੇ ਪਰਿਵਾਰ ਵਾਲੇ ਇਸ ਗੱਲ ਨੂੰ ਮਤਲਬ ਕਿ ਸਮਝਣ ਜਿਹੜਾ ਇਹ ਕਾਂਡ ਕੀਤਾ ਹੈ, ਇਸ ਕਾਤਲ ਨੂੰ ਹਮੇਸ਼ਾ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਏ। ਬਾਕੀ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਅਸੀਂ ਪੂਰੀ ਕਸ਼ਮੀਰੀ ਸਿੱਖ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਹੀ ਲਾਈਵ ਤਸਵੀਰਾਂ ਵੇਖ ਰਹੇ ਹੋ। ਭੈਣ ਸੁਪਿੰਦਰ ਪਹਿਲੀ ਬੜਾ ਦੁਖੀ ਹਿਰਦਾ ਹੈ ਔਰ ਖਾਸ ਤੌਰ ਤੇ ਬੱਚਿਆਂ ਵੱਲ ਵੇਖ ਕੇ ਬੱਚਿਆਂ ਨੂੰ ਮਾਂ ਦੀ ਹਮੇਸ਼ਾ ਹੀ ਜ਼ਰੂਰਤ ਹੁੰਦੀ ਹੈ। ਜੀ ਬਿਲਕੁਲ ਬੈਠਦੇ ਹਾਂ ਮਨ ਜਿਹੜਾ ਦੁਖੀ ਹੁੰਦਾ, ਪਰ ਮੈਂ ਇੱਕ ਬੇਨਤੀ ਕਰਾਂਗਾ ਤੇ ਜਿਹੜੀ ਗੱਲ ਪਹਿਲਾਂ ਵੀ ਤੁਹਾਡੇ ਤੱਕ ਪਹੁੰਚੀ ਹੈ, ਵੱਖਰੀਆਂ ਵਿਚਾਰਾਂ ਅੱਜ ਏਕੇ ਦੀ ਲੋੜ, ABCD ਕੋਈ ਸਾਡੀਆਂ ਵਿਚਾਰਾਂ ਸਾਡੀਆਂ ਆਪਸ ਵਿੱਚ ਜਿਹੜੀਆਂ ਕੋਈ ਹੋ ਸਕਦੇ ਆ ਮਨ ਵਿੱਚ, ਪਰ ਅਸੀਂ ਅੱਜ ਰਲ ਕੇ ਸਾਰੇ ਜਿਹੜੇ ਨਾ ਕੌਮੀ ਸੇਵਾ ਕਰੀਏ। ਔਰ ਮੈਂ ਕਹਿੰਦਾ ਵੀ ਨੌਜਵਾਨ ਮਿਲ ਕੇ ਜਿਹੜੇ ਆ ਨਾ, ਭਾਵੇਂ ਕਸ਼ਮੀਰ ਦਾ ਨੌਜਵਾਨ ਆ ਤੇ ਭਾਵੇਂ ਜੰਮੂ ਦਾ, ਕੋਈ
ਵਰਕਸ਼ਾਪ ਲੱਗੇ ਜਿੱਥੇ ਸਾਡੀ ਸਾਂਝ ਬਣੇ, ਕੋਈ ਸਾਂਝਾ ਸੰਮੇਲਨ ਇਸ ਤਰ੍ਹਾਂ ਦਾ ਹੋਏ ਜਿਹਦੇ ਵਿੱਚ ਸਾਡੇ ਬੱਚੇ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ। ਸਾਡਾ ਉਹ ਜਿਹੜਾ ਜੰਮੂ ਤੋਂ ਵੀ ਹੀਰਾਂ ਕੱਟ ਕੇ ਨਹੀਂ ਆਏ, ਜਿਸ ਰੂਪ ਚ ਸੰਗਤਾਂ ਨੂੰ ਆਉਣਾ ਚਾਹੀਦਾ ਸੀ। ਸੋ ਮੇਰੀ ਬੇਨਤੀ ਹੈ, ਕੱਲ ਵੱਡਾ ਇਕੱਠ ਕਰੀਏ, ਸੰਗਤ ਦੇ ਇਕੱਠ ਨਾਲ ਹੀ ਸਾਰਾ ਕੁਝ ਜਿਹੜਾ ਉਹ ਸਰਕਾਰਾਂ ਹਿਲਦੀ। ਅੱਜ ਮੇਰੀ ਬੇਨਤੀ ਹੋਈ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਹ ਜ਼ਰੂਰ ਜਿਹੜੀਆਂ ਨੇ ਪਹੁੰਚਣ। ਇਹ ਮੇਰੀ ਬੇਨਤੀ ਹੈ। ਮੈਂ 2-3 ਸਮਾਗਮਾਂ ਵਿੱਚ ਗਿਆ ਸੀਗਾ, ਉਧਮਪੁਰ ਵੀ ਗਿਆ ਸੀਗਾ, ਹੋਰ ਵੀ ਵੱਖ-ਵੱਖ ਸਮਾਗਮਾਂ 'ਚ ਗਿਆ ਸੀਗਾ। ਮੇਰੀ ਬੇਨਤੀ ਇਹੋ ਹੀ ਹੈ ਕਿ ਅੱਜ ਸਾਰੇ ਜਿਹੜੇ ਮਿਲ ਕੇ ਵਾਹਿਗੁਰੂ ਕਿਰਪਾ ਕਰੇ। ਥੋੜੇ ਸਮੇਂ ਬਾਅਦ ਅਸੀਂ ਭਾਈ ਹਰਪਿੰਦਰ ਸਿੰਘ ਜੀ ਨੇ ਬਹੁਤ ਵਧੀਆ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ, ਔਰ ਤੁਸੀਂ ਇਹ ਲਾਈਵ ਤਸਵੀਰਾਂ ਵੇਖ ਰਹੇ ਹੋ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ ਜੀ ਵਾਹਿਗੁਰੂ ਜੀ। ਜਿਹੜੀ ਸੁਪਿੰਦਰ ਕੌਰ ਜੀ ਦੀ ਨਿਰਮਮ ਹੱਤਿਆ ਹੋਈ ਹੈ, ਤੇ ਜੇ ਗੁਰਬਾਣੀ ਦੇ ਵਾਕ ਅਨੁਸਾਰ ਅਸੀਂ ਦੇਖੀਏ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਲਿਖੀ। ਸਾਨੂੰ ਰੋਸ ਹੈ ਇਹ ਜਿਹੜੀ ਹੱਤਿਆ ਹੋਈ ਹੈ, ਨਿਰਮਮ ਹੱਤਿਆ ਜਿਹੜੀ ਇੱਕ ਜ਼ਾਲਮਾਂ ਨੇ ਕੀਤੀ ਹੈ ਸਾਰੀ ਕੌਮਤੀ ਵਿੱਚ, ਜਿਸ ਦਾ ਇੱਕ ਗੁੱਸਾ ਹੈ, ਗਮ ਹੈ, ਰੋਸ ਹੈ, ਤੇ ਸਾਰੇ ਜਗਤ ਦੇ ਜਿਹੜੇ ਸਿੱਖ ਉਹ ਇਸ ਵਕਤ ਇਸ ਰੋਸ ਵਿੱਚ ਸ਼ਾਮਲ ਹੋ ਰਹੇ ਹਨ। ਕਿਉਂਕਿ ਟਾਰਗੇਟਡ ਕਿਲਿੰਗ ਜਿਹੜੀ ਹੈ, ਇੱਕ ਪ੍ਰਿੰਸੀਪਲ ਸੁਪਿੰਦਰ ਕੌਰ ਦੀ ਤੇ ਨਾਲ ਉਸਦੇ ਜਿਹੜਾ ਦੀਪਕ ਚੰਦ ਟੀਚਰ ਸੀ, ਉਹਨਾਂ ਨੂੰ ਸੈਪਰੇਟ ਕਰਕੇ, ਅਲੱਗਾ ਕਰਕੇ ਪੂਰੀ ਇੱਕ ਟਾਰਗੇਟਡ ਕਿਲਿੰਗ ਹੈ ਉਹ ਕੀਤੀ ਗਈ ਹੈ। ਸੋ ਸਾਡੀ ਇੱਕ ਅਪੀਲ ਹੈ ਉਹਨਾਂ ਹਿਰਦਿਆਂ ਨੂੰ ਜਿਹੜੇ ਇਨਸਾਨੀਅਤ ਰੱਖਦੇ ਹਨ ਦਿਲ ਵਿੱਚ ਤੇ ਮਾਨਵਤਾ ਦਾ ਦਰਦ ਰੱਖਦੇ ਹਨ ਕਿ ਉਹ ਇਸ ਗੱਲ ਨੂੰ ਪਰਖਣ ਕਿ ਜਿਹੜੀ ਟਾਰਗੇਟ ਕਿਲਿੰਗ ਹੋਈ ਹਨ ਤੇ ਮਾਈਨੋਰਿਟੀ ਜਿਹੜੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਉਸ ਗੱਲ ਦੇ ਉੱਪਰ ਵਿਚਾਰ ਕਰਨਾ ਪਵੇਗਾ ਤੇ ਹਰ ਕਿਸੇ ਦੀ ਜਾਨ ਮਾਲ ਦੀ ਹਿਫਾਜ਼ਤ ਜਿਹੜੀ ਉਸ ਨੂੰ ਸੁਨਿਸ਼ਚਿਤ ਕਰਨਾ ਪਵੇਗਾ। ਤੇ ਇਹ ਗੱਲ ਜਿਹੜੀ ਹੈ ਇਹ ਅਸੀਂ ਇਹੀ ਸੰਦੇਸ਼ ਦਿੰਦੇ ਹਾਂ ਸਾਰਿਆਂ ਨੂੰ ਕਿ ਇਹ ਜਿਹੜੀ ਹੱਤਿਆ ਹੈ ਇਸ ਦਾ ਪ੍ਰੋਗ ਹੋਵੇ ਤੇ ਲੋਕਾਂ ਦੇ ਸਾਹਮਣੇ ਜਿਹੜੀ ਇੱਕ ਡਰ ਹੈ ਉਸ ਨੂੰ ਖਤਮ ਕਰਨ ਦੇ ਲਈ ਇਹ ਜਿਹੜੀ ਗੱਲ ਹੈ ਇਹ ਸਾਰਿਆਂ ਤੱਕ ਪਹੁੰਚਾਈ ਜਾਵੇ। ਇਤਨੇ ਹੀ ਬਚਨ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੀ ਲਾਈਵ ਤਸਵੀਰਾਂ ਵੇਖ ਰਹੇ ਹੋ ਭੈਣ ਸੁਪਿੰਦਰ ਕੌਰ ਹੁਣ ਜੀ ਦੇ ਘਰ ਦੀਆਂ। ਤਾਂ ਭਾਵੇਂ ਅੱਜ ਭੈਣ ਸੁਪਿੰਦਰ ਬਲਦੇਵ ਸਿੰਘ ਜੀ ਜਿਹੜੇ ਕਸ਼ਮੀਰ ਦੇ ਨਾਮਵਰ ਸਿੱਖਾਂ ਚੋਂ ਬੜੀ ਚੜ੍ਹਦੀ ਕਲਾ ਵਾਲੇ, ਔਰ ਇਸ ਸਾਰੇ ਮਸਲੇ ਨੂੰ ਉਹ ਵੀ ਬੜੀ ਬਾਖੂਬੀ ਤਰੀਕੇ ਨਾਲ ਦੇਖ ਰਹੇ ਹਨ। ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸੱਦੇ ਪੱਤਰ ਤੇ ਪਹੁੰਚੇ ਹਨ। ਭਾਈ ਸਾਹਿਬ ਬਲਜੀਤ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਪਹਿਲੇ ਵੀ ਲਾਈਵ ਲਿਆ ਸੀ, ਇਹ ਸਵੇਲੇ ਕੀਰਤਨੀਏ ਹਨ ਔਰ ਮੈਂ ਸਮਝਦਾ ਕਿ ਇਹਨਾਂ ਦੇ ਅੰਦਰ ਇੱਕ ਦਰਦ ਹੈ, ਹਮੇਸ਼ਾ ਹੀ ਖੜੇ ਹੁੰਦੇ ਹਨ, ਕਸ਼ਮੀਰ ਦੀ ਆਵਾਜ਼ ਬੁਲੰਦ ਕਰਦੇ ਹਨ। ਸੋ ਸਰਦਾਰ ਬਲਦੇਵ ਸਿੰਘ ਜੀ ਜ਼ਰੂਰ ਆਪ ਜੀ ਉਹਨਾਂ ਦੇ ਤਹਿਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਜੀ ਵੀਰ ਜੀ, ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਸਿਰਫ ਕਸ਼ਮੀਰ ਦਾ ਸਿੱਖ ਹੀ ਨਹੀਂ, ਸਾਡੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਮਾਜ ਦੇ ਵਿੱਚ ਬੈਠਾ ਇਸ ਸਮੇਂ ਹਰ ਇੱਕ ਦਾ ਹਿਰਦਾ ਬਹੁਤ ਜ਼ਿਆਦਾ ਦੁਖੀ ਹੈ ਹਨਾ। ਤਾਂ ਔਰ ਇੱਕ ਇਹ ਵੀ ਹੈ ਕਿ ਭੈਣ ਸੁਪਿੰਦਰ ਕੌਰ ਸਾਨੂੰ ਸਭ ਨੂੰ ਇੱਕ ਯੂਨਾਈਟ ਕੀਤਾ ਉਹਨਾਂ ਨੇ। ਤਾਂ ਕੀ ਤੁਸੀਂ ਤੁਹਾਡੇ ਅਸੀਂ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਸਾਨੂੰ ਜਿਹੜਾ ਯੂਨਾਈਟ ਹੋ ਕੇ ਜਾਂ ਭੈਣ ਸੁਪਿੰਦਰ ਕੌਰ ਦੀ ਸ਼ਹਾਦਤ ਨੂੰ ਜਾਇਆ ਨਾ ਗਵਾਇਆ ਜਾਵੇ, ਕਿਉਂਕਿ ਸ਼ਹੀਦੀ ਹੋਈ ਹੈ ਉਹਨਾਂ ਦੀ ਸਾਡੇ ਸਭ ਦੇ ਲਈ। ਇਸ ਨੂੰ ਆਪਾਂ ਕਹਿ ਸਕਦੇ ਇੱਕ ਹਨਾ ਬਿਨਾਂ ਨਿਹੱਥੇ ਦੀ ਹੱਤਿਆ ਕੀਤੀ ਗਈ ਹੈ। ਤਾਂ ਕੀ ਸੋਚਦੇ ਹੋ ਤੁਸੀਂ ਇਸ ਬਾਰੇ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੀ ਪੂਰੀ ਹੀ ਸਿੱਖ ਕਮਿਊਨਿਟੀ ਨੂੰ? ਦੇਖੋ ਭੈਣ ਜੀ, ਤੇ ਜਿਹੜੀ ਦੁਰਘਟਨਾ ਹੋਈ ਹੈ ਤੇ ਬੜੀ ਸ਼ਰਮਨਾਕ ਜਿਹੜੀ ਅਸੀਂ ਗੱਲ ਕਰੀਏ ਇਨਸਾਨੀਅਤ ਦੇ ਖਿਲਾਫ ਹੈ ਨਾ, ਇੱਕ ਸਾਡੀ ਭੈਣ ਤੇ ਨਿਹੱਥੀ ਭੈਣ ਤੇ ਜਿਹੜੀ ਗੋਲੀ ਚਲਾਈ ਗਈ ਹੈ
ਤੇ ਉਹ ਕੋਈ ਮਜ਼ਹਬ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਹ ਕੋਈ ਬੰਦਾ ਹੀ ਨਹੀਂ ਕਰ ਸਕਦਾ ਇਹ ਤੇ ਕਿਸੇ ਵੀ ਮਨੁੱਖ ਅਸੀਂ ਕਹੀਏ ਜਾਨਵਰ ਵਾਲਾ ਹੀ ਕੰਮ ਹੈ ਤੇ ਸਾਰੀ ਸਾਡੀ ਕੌਮ ਨੂੰ ਦੁੱਖ ਹੈ ਪੂਰੀ ਜਿੰਨੀ ਸਾਡੀ ਕੌਮ ਵਰਲਡ ਵਾਈਡ ਜਿੰਨੇ ਸਾਡਾ ਪੰਥ ਹੈ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਹੈ ਤੇ ਇਸ ਤਰ੍ਹਾਂ ਦੇ ਹੁਣ ਇੰਨੇ ਦਿਨ ਹੋ ਗਏ ਨੇ ਅੱਜ ਜਥੇਦਾਰ ਸਾਹਿਬ ਇੱਥੇ ਪੁੱਜੇ ਨੇ ਜਦ ਇਹ ਗੱਲ ਸੁਣੀ ਮੈਂ ਬੜੇ ਪਰੇਸ਼ਾਨ ਹੋਏ ਸੀ ਸਾਰੇ ਲੋਕ ਇਹ ਪਹਿਲੀ ਘਟਨਾ ਇਸ ਤਰ੍ਹਾਂ ਦੀ ਹੋਈ ਹੈ ਹਾਲਾਂਕਿ ਸਾਡੇ ਲੋਕ ਬੰਬ ਬਲਾਸਟ ਵਿੱਚ ਜਾਂ ਗ੍ਰੇਨੇਡ ਅਟੈਕ ਵਿੱਚ ਮਾਰੇ ਜਾਂਦੇ ਸਨ ਹੋਰ ਵੀ ਘਟਨਾਵਾਂ ਹੋਈ ਨੇ ਚਿੱਠੀ ਸਿੰਘਪੁਰ ਹੋਇਆ ਮੈਜੂ ਨਗਰ ਹੋਇਆ ਲੇਕਿਨ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀ ਹੈ ਟਾਰਗੇਟ ਕਿਲਿੰਗ ਫਸਟ ਟਾਈਮ ਤੇ ਫਸਟ ਵਾਰੀ ਹੋਈ ਹੈ ਤੇ ਸਾਰਿਆਂ ਨੂੰ ਪੂਰੇ ਪੰਥ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਤੇ ਯੂਨਾਈਟਿਡ ਇਕਮੁੱਠ ਹੋ ਕੇ ਰਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵੀ ਹੋ ਸਕਦੀਆਂ ਨੇ ਬਾਕੀ ਦੇਖੋ ਇਸ ਤਰ੍ਹਾਂ ਦੀ ਸਕਿਉਰਟੀ ਅਗਰ ਅਸੀਂ ਕਹੀਏ ਕਿ ਕੋਈ ਗਵਰਨਮੈਂਟ ਸਕਿਉਰਟੀ ਦੇ ਦੇਗੀ ਕਿੰਨੀ ਸਕਿਉਰਟੀ ਦੇਗੀ ਬੰਦੇ ਨੇ ਕੰਮ ਹੀ ਕਰਨਾ ਰਹਿਣਾ ਵੀ ਹੈ ਇਹ ਬੜਾ ਚਿੰਤਾ ਵਾਲਾ ਵਿਸ਼ੇ ਹੈ ਇਸ ਤੇ ਪੂਰਾ ਸੋਚ ਵਿਚਾਰ ਹੋ ਕੇ ਹੀ ਕੰਮ ਹੋਊਗਾ ਕਿ ਅਗਲੀ ਪਲਾਨਿੰਗ ਸਾਡੀ ਕੀ ਰਹੇਗੀ ਠੀਕ ਹੈ ਮਤਲਬ ਇਸ ਟਾਈਮ ਕੋਈ ਗੱਲ ਕਹਿਣੀ ਜਿਹੜੀ ਆ ਉਹ ਠੀਕ ਨਹੀਂ ਰਹੇਗੀ ਤੇ ਸਾਰੇ ਜਿੰਨੇ ਸਾਡੇ ਲੋਕ ਹੈਗੇ ਨੇ ਸਾਡੀ ਜਥੇਬੰਦੀਆਂ ਕਸ਼ਮੀਰ ਦੀਆਂ ਇੱਕੋ ਇਕੱਠ ਹੈ ਉਹਨਾਂ ਦਾ ਇੱਕੋ ਹੀ ਗੱਲ ਹੈ ਸਾਰਿਆਂ ਦੀ ਤੇ ਅਸੀਂ ਇਸ ਤੇ ਸੋਚ ਵਿਚਾਰ ਕਰਾਂਗੇ ਕਿ ਅੱਗੇ ਇਹਦੀ ਪਲਾਨਿੰਗ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਤੇ ਕੀ ਸਾਡੀ ਪਲਾਨਿੰਗ ਰਹੇਗੀ ਭਾਈਚਾਰਾ ਤੇ ਸਾਡਾ ਜਿਹੜਾ ਭਾਈਚਾਰਾ ਜਿਸ ਕਸ਼ਮੀਰੀ ਦੀ ਅਸੀਂ ਮਿਸਾਲ ਦਿੰਦੇ ਹੁੰਦੇ ਹਾਂ ਇੱਥੇ ਕਸ਼ਮੀਰੀਅਤ ਦਾ ਕਤਲ ਹੈ ਇਹ ਐਸਾ ਨਹੀਂ ਹੈ ਕਿ ਖਾਲੀ ਸਾਡੀ ਭੈਣ ਦਾ ਕਤਲ ਹੈ ਇਨਸਾਨੀਅਤ ਦਾ ਕਤਲ ਹੈ ਇਵਨ ਕਿ ਜਿਹੜੇ ਸਾਡੇ ਪੜੋਸੀ ਜਿਹੜੇ ਸਾਡੇ ਲੋਕ ਹਨ ਮਜਾਟੀ ਵਾਲੇ ਲੋਕ ਉਹਨਾਂ ਨੂੰ ਵੀ ਬੜਾ ਫੀਲ ਹੈ ਇਸ ਚੀਜ਼ ਦਾ ਸਾਰੇ ਲੋਕ ਇੱਥੇ ਆ ਕੇ ਉਹਨਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਮਤਲਬ ਉਹਨਾਂ ਨੂੰ ਵੀ ਸੋਗ ਹੈ ਲੇਕਿਨ ਕਿਲਿੰਗ ਤੇ ਹੋ ਹੀ ਰਹੀ ਹੈ ਤੇ ਬਾਕੀ ਹਰਪ੍ਰੀਤ ਸਿੰਘ ਜੀ ਆਪਣੇ ਵਿਚਾਰ ਸਾਂਝੇ ਕਰਨ जिस आप यहाँ विजिट के लिए आए तो सुखविंदर कौर को मारा गया तो आप उसे कैसे देखते हैं औरत पे और एक आदमी पे हमला करके उनको जो मारा गया उनका कत्ल किया गया और ये बेवजह जो हुआ है इसकी हम कड़ी निंदा करते हैं औरतों पर इस तरह गोली चलाकर उनको मौत के घाट उतारना इसकी इजाजत इस्लाम में कहीं नहीं देता तो बहुत बुरा हुआ जो भी हुआ हम यही चाहते हैं कि कश्मीर में सिख और मुस्लिम भाईचारे हैं जो बिरादरी हैं वो इत्तेफाक से रहें अमन से रहें क्योंकि हम एक खुदा को मानने वाले लोग हैं जैसे इस्लाम में तौहीद की बात है वैसे ही सिख मजहब में भी तौहीद की बात है वैसे इस्लाम में शिरक को गुनाह माना है वैसे सिख धर्म में शिरक को बहुत बड़ा गुनाह माना है हमारे ख्यालात एक है हमारे रहन सहन खान पान कश्मीर में सिख और मुसलमानों के एक है तो यहाँ इस तरह की घटनाएं जो होती है वो बहुत ही ज़्यादा बुरी होती है दिल जो है वो जहन है वो परेशान हो जाता है मानसिक तौर पर हम टूटते हैं तो ऐसी जो घटनाएं हैं ऐसे जो वाकयात हैं वो नहीं होनी चाहिए इसके लिए दोनों ही जो बिरादरियां हैं भाईचारे हैं कौमें हैं चाहे वो मुसलमान हैं सिख हैं हिंदू हैं सभी को प्यार मोहब्बत से अमन से रहना चाहिए हम तो यही चाहते हैं कि सब लोग कश्मीर में अमन से रहें क्योंकि जो कश्मीर में पैदा हुआ है वो कश्मीरी है कश्मीर उसका है और वो कश्मीर का है ये बहुत बुरी बात है तो सर आपको क्या लगता है इसके पीछे किसका हाथ हो सकता है ये तो गवर्नमेंट की एजेंसी ही बता सकती है किसका हाथ है किसका नहीं हाथ है हमें तो मालूम नहीं है किसका हाथ है किसका नहीं तो गवर्नमेंट तफ्तीश करे तो मालूम कर सकते हैं यहाँ के सर एक ग्रैंड मुफ्ती है मुफ्ती नासिरुल इस्लाम भी यहाँ आए तो आप उसे कैसे देखते हैं जब हम इस्लाम के या मुसलमानों के जो पॉलिटिकल या जो
मजहबी जो लीडर्स हैं, हम उनसे भी यही कहना चाहते हैं कि यहाँ जो मिनोरिटीज है उनका ख्याल रखा जाए, क्योंकि कोई भी मजहब जो है इस तरह के वाकयात जो होते हैं उसकी इजाज़त नहीं देता। हम सब लोग एक खुदा के पैदा किए हुए इंसान हैं, और मेरे ख्याल इंसान सबसे बड़ा मखलूक़ात है। तो सर सर आपसे ये भी जानना चाहेंगे, माइनॉरिटी पे अटैक हुआ यहाँ पे, आपको लगता है कहीं ना कहीं ज़्यादा रोड मेरा मानना है कि मिनोरिटी को निशाना बना के इंसिडेंट हुआ है, ये बहुत बड़ा। सर मेरा आखिरी सवाल आपसे, जो लोग यहाँ पे अब कम्युनल गेम खेल रहे हैं इसके ऊपर, वो चाहते हैं कि सिख और जो मुस्लिम बरादरी यहाँ पे भाईचारे में रह रही है। नहीं, हम ये कभी नहीं चाहेंगे कि सिख और मुसलमानों के दरमियान जो रिश्ते हैं उनमें कोई फर्क पड़े, क्योंकि जो सच्चा मुसलमान है वो कभी नहीं चाहेगा कि एक औरत को गोली से उड़ा दिया जाए। इस्लाम इसकी इजाज़त नहीं देता है, या एक निहत्थे जिसके पास कोई हथियार शस्त्र नहीं है उस आदमी को ਵੀਰ ਜੀ गोली से उड़ा दिया ਉਹਨੂੰ ਥੋੜਾ जाए, ਕੋਲ ਕਰੋ। कोई भी वजह, तो इसकी इजाज़त जो है मेरे ख्याल इस्लाम भी नहीं देता है। इसके लिए हम नहीं चाहेंगे कि सिखों और मुसलमानों के रिश्तों में कोई फर्क पड़े। हम प्यार से रहना चाहते हैं, प्यार से रहेंगे, और यही हमारी उस खुदा से भी दुआ है कि हम यहाँ प्यार से रहें। थैंक यू। थैंक यू सर, थैंक ਠੀਕ ਹੈ ਭੈਣ ਜੀ। ਸਿੰਘ ਸਾਹਿਬ ਜੀ ਨੇ ਸਾਰਿਆਂ ਨੂੰ ਮੁਖਾਲਫਤ ਹੋ ਕੇ ਕਰਦੇ ਚ ਅਖੀਰ ਵਿੱਚ ਸਿੰਘ ਸਾਹਿਬ ਜੀ ਆਪਣਾ ਵੀ ਬੜਾ ਸਮਝ ਕੇ ਆਏ ਨੇ ਔਰ ਵੀਰ ਜੀ ਦੇ ਸੰਪਰਕ ਦੇ ਨਾਲ ਹੀ ਪਹੁੰਚੇ ਨੇ। ਠੀਕ ਹੈ ਭੈਣ ਜੀ, ਬਾਕੀ ਤੇ ਆਪਾਂ ਫਿਰ ਗੱਲ ਕਰਾਂਗੇ ਤੇ ਕੱਲ ਦੇ ਅੰਤਮ ਅਰਦਾਸ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਹਨਾਂ ਨੇ ਸਾਰਿਆਂ ਨੂੰ ਸਾਂਝੀਵਾਲਤਾ ਦਾ ਏਕੇ ਦਾ ਸੁਨੇਹਾ ਜਿਹੜਾ ਦਿੱਤਾ ਹੈ, ਬਹੁਤ ਹੀ ਸੁਲਝੇ ਤੇ ਬਹੁਤ ਹੀ ਸਹਿਜੇ ਢੰਗ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੇ ਆਪਣੇ ਵਿਚਾਰ ਆ ਜਿਹੜੇ ਸਾਂਝੇ ਕੀਤੇ ਨੇ। ਤਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਡੇ ਸਿੱਖ ਮਿਸ਼ਨ ਦੇ ਜਿਹੜੇ ਇੰਚਾਰਜ ਨੇ ਜੰਮੂ ਕਸ਼ਮੀਰ ਦੇ, ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਉੱਥੇ ਪਹੁੰਚੇ ਨੇ, ਬਾਬਾ ਬੂਟਾ ਸਿੰਘ ਜੀ ਪਹੁੰਚੇ ਨੇ, ਔਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਤੇ ਨਾਲ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ। ਕਿਉਂਕਿ ਜਦੋਂ ਵੀ ਕਿਤੇ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ, ਆਪਾਂ ਇਹ ਹਮੇਸ਼ਾ ਹੀ ਵੇਖਦੇ ਹੁੰਦੇ ਹਾਂ ਕਿ ਚੇਚੇ ਤੌਰ ਤੇ ਉੱਤੇ ਪੂਰੀ ਕਮਿਊਨਿਟੀ ਦੇ ਨਾਲ ਖੜਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਜਿਹੜੇ ਬੀਬੀ ਜਗੀਰ ਕੌਰ ਹੈ, ਉਹ ਵੀ ਆਪਣੇ ਪੱਤਰ ਦੇ ਰਾਹੀਂ ਦੁੱਖ ਦਾ ਪ੍ਰਗਟਾਵਾ ਤੇ ਜ਼ਰੂਰ ਕਰਦੇ ਨੇ। ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਉਹ ਉੱਥੇ ਪਹੁੰਚਦੇ ਜ਼ਰੂਰ ਨੇ, ਆਪਣਾ ਉਸ ਪਰਿਵਾਰ ਦਾ ਦੁੱਖ ਸਾਂਝਾ ਕਰਨ ਦੇ ਲਈ, ਜਾਂ ਸਾਡੇ ਉੱਤੇ ਕਦੋਂ ਵੀ ਸਾਨੂੰ ਲੱਗਦਾ ਹੈ ਕਿ ਸਾਨੂੰ ਜ਼ਰੂਰਤ ਪੈਂਦੀ ਹੈ, ਕਿਉਂਕਿ ਸਾਡੀ ਸਿਰਮੌਰ ਸੰਸਥਾ ਹੈ ਅਕਾਲ ਤਖ਼ਤ ਸਾਹਿਬ। ਤੇ ਲੇਕਿਨ ਬਹੁਤ ਹੀ ਦੁੱਖ ਦੀ ਜਿਹੜੀ ਘੜੀ ਹੈ ਇਸ ਸਮੇਂ, ਇਸ ਦੁੱਖ ਦੀ ਘੜੀ ਵਿੱਚੋਂ ਲੰਘ ਰਿਹਾ। ਭੈਣ ਸੁਪਿੰਦਰ ਕੌਰ, ਜਿੱਦਾਂ ਮੈਂ ਵਾਰ-ਵਾਰ ਕਹਿੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਯੂਨਾਈਟ ਕਰਕੇ ਗਈ ਹੈ। ਇਹ ਸਿਰਫ ਅੱਜ ਜਾਂ ਚੰਦ ਦਿਨਾਂ ਦਾ ਮਸਲਾ ਨਾ ਰੱਖੀਏ, ਇਸ ਨੂੰ ਅੱਗੇ ਲੈ ਕੇ ਜਾਈਏ। ਸੁਰਜੀਤ ਸਿੰਘ ਜੀ, ਸਾਊਂਡ ਸਿਸਟਮ ਕਿੰਗ ਜੀ, ਵੀਰ ਜੀ ਐਕਚੁਅਲੀ ਕਾਫੀ ਜ਼ਿਆਦਾ ਰਸ਼ ਹੋਣ ਦੇ ਕਰਕੇ ਜਿਹੜੀ ਆਵਾਜ਼ ਦੀ ਥੋੜੀ ਪ੍ਰੋਬਲਮ ਆ ਰਹੀ ਹੈ। ਲੇਕਿਨ ਜਿੱਥੋਂ ਤੱਕ ਆਪਾਂ ਸੁਣਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਹੀ ਸੁਲਝੇ ਹੋਏ ਵਿਚਾਰ ਜਿਹੜੇ ਸਾਂਝੇ ਕੀਤੇ ਨੇ। ਤਾਂ ਪ੍ਰਚਾਰਕ ਸਾਹਿਬਾਨ ਜਿਹੜੇ ਜੰਮੂ ਤੋਂ ਵੀ ਪਹੁੰਚੇ ਹੋਏ ਨੇ, ਤੇ ਜਿੱਦਾਂ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਹੋਣਾ ਨੇ ਸੁਨੇਹਾ ਦਿੱਤਾ ਕਿ ਵੱਧ ਤੋਂ ਵੱਧ ਸੰਗਤ ਹੈ ਜਿਹੜੀ ਪਹੁੰਚੇ ਕਸ਼ਮੀਰ ਦੇ ਵਿੱਚ, ਤਾਂ ਜਦੋਂ ਆਪਾਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣੀ ਹੁੰਦੀ ਹੈ ਤਾਂ ਜ਼ੋਰਦਾਰ ਤੇ ਬੁਲੰਦ ਤਰੀਕੇ ਦੇ ਨਾਲ ਇਕੱਠ ਦੇ ਵਿੱਚ ਪਹੁੰਚਾਈ ਜਾਂਦੀ ਹੈ, ਕਿਉਂਕਿ ਇਕੱਠ ਨੂੰ ਦੇਖ ਕੇ ਹੀ ਪ੍ਰਭਾਵ ਪਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਸਮੇਂ ਕਿੰਨਾ ਇਕੱਠ ਹੈ, ਔਰ ਕਿੰਨਾ ਸਾਰੇ ਹੀ ਜਿਹੜੇ ਅਸੀਂ ਇਕੱਠੇ ਹੋ ਕੇ ਇਨਸਾਫ ਦੀ ਮੰਗ ਕਰ ਰਹੇ ਹਾਂ। ਅਸੀਂ ਆਪਣੇ ਲਈ ਸਾਰਿਆਂ ਲਈ, ਸਿਰਫ ਹੀ ਕਸ਼ਮੀਰ ਦੇ ਸਿੱਖ ਦੀ ਲੜਾਈ ਨਹੀਂ ਹੈ, ਸਾਡੀ ਸਾਰਿਆਂ ਦੀ ਲੜਾਈ ਹੈ। ਇਹ ਨਾ ਸੋਚੀਏ ਕਿ ਕਸ਼ਮੀਰ ਦਾ ਸਿੱਖ ਬੈਠ ਕੇ ਹੀ ਉੱਥੇ ਲੜੇ, ਉਹਨਾਂ ਤੇ ਹੀ ਵਿਪਤਾ ਪੈ ਰਹੀ ਹੈ। ਤਾਂ ਅਸੀਂ ਸਾਰੇ ਆਪਣੀ ਇਸ ਨੂੰ ਸਾਂਝੀ ਲੜਾਈ ਸਮਝੀਏ। ਭੈਣ ਸੁਪਿੰਦਰ ਕੌਰ ਸਾਡੇ ਵਿੱਚ ਨਹੀਂ ਰਹੇ, ਲੇਕਿਨ ਭੈਣ ਸੁਪਿੰਦਰ ਕੌਰ ਬਹੁਤ ਕੁਝ ਸਾਡੇ ਵਿਚਕਾਰ ਛੱਡ ਕੇ ਗਏ ਨੇ, ਬਹੁਤ ਕੁਝ ਸਾਨੂੰ ਸਿਖਾ ਕੇ ਗਏ ਨੇ। ਉਹਨਾਂ ਨਕਸ਼ੇ ਕਦਮਾਂ ਦੇ ਉੱਤੇ ਜ਼ਰੂਰ ਤੁਰੀਏ। ਤਾਂ ਫਿਰ ਤੋਂ ਅਸੀਂ ਜਿੰਨੀ ਵੀ ਜਾਣਕਾਰੀ ਉੱਥੋਂ ਸਾਨੂੰ ਮਿਲਦੀ ਰਹੇਗੀ ਕਸ਼ਮੀਰ ਤੋਂ, ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ। ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਜੀ, ਮੈਨੂੰ ਦੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।